ਅਕੈਡਮੀ ਦੇ ਆਨਲਾਈਨ ਪਲੇਟਫਾਰਮ ਦੇ ਉੱਪਰ ਤੁਹਾਡਾ ਸਵਾਗਤ ਹੈ। ਤੁਸੀਂ ਮੇਰੇ ਨਾਲ ਐਨਟੀਟੀ ਦੀ ਪ੍ਰੈਪਰੇਸ਼ਨ ਦੇ ਵਿੱਚ ਜੁੜੇ ਹੋਏ ਹੋ। ਅਸੀਂ ਜੋ ਅੱਜ ਸੀਰੀਜ਼ ਕਰਨ ਜਾ ਰਹੇ ਹਾਂ ਉਹ ਹੈ MCQ ਸੀਰੀਜ਼ 9। ਪਹਿਲਾਂ ਵੀ 8 ਸੀਰੀਜ਼ ਹੋ ਚੁੱਕੀਆਂ ਨੇ ਜਿਨ੍ਹਾਂ ਦੇ ਵਿੱਚ 30 ਦੇ ਅਪਰੋਕਸ ਕੁਐਸਚਨ ਤੁਹਾਨੂੰ ਪ੍ਰੋਵਾਈਡ ਕੀਤੇ ਜਾਂਦੇ ਆ। ਠੀਕ ਹੈ ਜੀ, ਤਾਂ ਅਸੀਂ ਸਟਾਰਟ ਕਰਦੇ ਹਾਂ। ਫਸਟ ਕੁਐਸਚਨ ਆਪਣੇ ਕੋਲ, ਵਿਚ ਵਿਟਾਮਿਨ ਇਜ਼ ਨੀਡਡ ਫॉर ਆਈਜ਼। ਤਾਂ ਅੱਖਾਂ ਦੇ ਲਈ ਕਹਿੰਦੇ ਕਿਹੜਾ ਵਿਟਾਮਿਨ ਹੁੰਦਾ, ਤੇ ਬੇਸਿਕ ਕੁਐਸਚਨ ਆ, ਤੁਹਾਨੂੰ ਸਭ ਨੂੰ ਕਲੀਅਰ ਹੋਊਗਾ ਕਿ ਵਿਟਾਮਿਨ ਏ ਆ ਜਿਹੜਾ ਉਹ ਅੱਖਾਂ ਦੇ ਲਈ ਹੁੰਦਾ। ਵਿਟਾਮਿਨ ਬੀ ਦੀ ਕਮੀ ਦੇ ਨਾਲ ਕੀ ਹੋ ਜਾਂਦਾ, ਬੈਰੀ ਰੋਗ ਹੋ ਜਾਂਦਾ। ਵਿਟਾਮਿਨ ਡੀ ਦੀ ਕਮੀ ਦੇ ਨਾਲ ਕੀ ਹੋ ਜਾਂਦਾ, ਵਿਟਾਮਿਨ ਡੀ ਆ ਜਿਹੜੀ ਉਹਦੇ ਨਾਲ ਰਿਕਟ ਰੋਗ ਜਾਨੀ ਹੱਡੀਆਂ ਕਮਜ਼ੋਰ ਹੋ ਜਾਂਦੀਆਂ, ਤੇ ਸੀ ਦੇ ਨਾਲ ਕੀ ਸਕਰਵੀ ਰੋਗ ਹੋ ਜਾਂਦਾ। ਠੀਕ ਹੈ ਜੀ। ਸੈਕੰਡ ਕੁਐਸਚਨ ਆਪਣੇ ਕੋਲ, ਪੈਡਾਗੋਜੀ ਇਜ਼ ਦਾ ਸਟੱਡੀ ਆਫ। ਪੈਡਾਗੋਜੀ ਕਿਸ ਦਾ ਅਧਿਐਨ ਆ, ਐਜੂਕੇਸ਼ਨ ਦਾ, ਸਟੂਡੈਂਟ ਦਾ, ਲਰਨਿੰਗ ਪ੍ਰੋਸੈਸ ਦਾ ਜਾਂ ਟੀਚਿੰਗ ਮੈਥਡ ਦਾ। ਅਸਲ ਦੇ ਵਿੱਚ ਪੈਡਾਗੋਜੀ ਟੀਚਿੰਗ ਮੈਥਡ ਦੇ ਨਾਲ ਰਿਲੇਟਡ ਆ। ਕਿਉਂ? ਕਿਉਂਕਿ ਪੈਡਾਗੋਜੀ ਆ ਜਿਹੜੀ ਦੋ ਸ਼ਬਦਾਂ ਤੋਂ ਮਿਲ ਕੇ ਬਣੀ ਹੋਈ ਆ। ਪਹਿਲਾ ਸ਼ਬਦ ਆਪਣੇ ਕੋਲ ਕੀ ਹੈਗਾ, ਪੈਡੋਸ। ਠੀਕ ਹੈ। ਦੂਜਾ ਆਪਣੇ ਕੋਲ ਕੀ ਹੈਗਾ, ਅਗੋ। ਠੀਕ ਹੈ। ਪੈਡੋਸ ਤੇ ਐਗੋ ਦੋ ਸ਼ਬਦਾਂ ਤੋਂ ਮਿਲ ਕੇ ਬਣੀ ਆ। ਪੈਡੋਸ ਦਾ ਮਤਲਬ ਕੀ ਹੁੰਦਾ, ਚਾਈਲਡ। ਠੀਕ ਹੈ, ਇੱਕ ਬੱਚਾ, ਚਾਈਲਡ। ਤੇ ਏ ਦਾ ਮਤਲਬ ਆਪਣੇ ਕੋਲ ਕੀ ਆ, ਅਗੋ ਦਾ ਮਤਲਬ ਕੀ ਹੈਗਾ, ਅਗਵਾਈ ਕਰਨਾ। ਤੇ ਇਹਦਾ ਮਤਲਬ ਬੱਚੇ ਨੂੰ ਗਵਾਹੀ ਕਰਨਾ, ਬੱਚੇ ਨੂੰ ਇੰਸਟਰਕਸ਼ਨ ਦੇਣਾ, ਜਿਹੜਾ ਕਿ ਮੇਨ ਵਰਕ ਕਿਹਦਾ ਹੈਗਾ, ਟੀਚਰ ਦਾ। ਤਾਂ ਇਸ ਕਰਕੇ ਕਿਹਦੇ ਨਾਲ ਸੰਬੰਧਿਤ ਆ, ਟੀਚਰ ਮੈਥਡ ਦੇ ਨਾਲ। ਦੈਨ ਆਪਣੇ ਕੋਲ, ਵਿਚ ਵਨ ਆਫ ਦਾ ਫੋਲੋਇੰਗ ਇੰਡੀਕੇਟਸ ਚਾਈਲਡ ਫਿਜ਼ੀਕਲ ਗਰੋਥ। ਇਹਨਾਂ ਵਿੱਚੋਂ ਕਿਹੜਾ ਬੱਚੇ ਦੀ ਫਿਜ਼ੀਕਲ ਗਰੋਥ ਯਾਨੀ ਸਰੀਰਕ ਜਿਹੜਾ ਹੈ ਗਰੋਥ ਦੇ ਵੱਲ ਇਸ਼ਾਰਾ ਕਰਦਾ, ਨੈਗੇਟਿਵ, ਕੁਆਂਟੀਟੇਟਿਵ, ਕੁਆਲੀਟੇਟਿਵ, ਪੋਜ਼ਿਟਿਵ। ਤਾਂ ਇੱਥੇ ਆਪਣੇ ਕੋਲ ਕੀ ਆ, ਗਰੋਥ ਹਮੇਸ਼ਾ ਹੀ ਕੀ ਹੁੰਦੀ ਆ, ਕੁਆਂਟੀਟੇਟਿਵ ਹੁੰਦੀ ਆ, ਗਿਣਨਾਤਮਕ ਹੁੰਦੀ ਆ। ਗਰੋਥ ਦਾ ਮਤਲਬ ਕੀ ਹੁੰਦਾ, ਸਿਰਫ ਸਰੀਰਕ ਅੰਗਾਂ ਦਾ ਵਧਣਾ। ਠੀਕ ਹੈ, ਜਿਹਨੂੰ ਅਸੀਂ ਦੇਖ ਸਕਦੇ ਆ, ਮਾਪ ਸਕਦੇ ਆ, ਉਹਦੇ ਨਾਲ ਸੰਬੰਧਿਤ ਹੁੰਦੀ ਆ ਸਾਡੀ ਗਰੋਥ। ਤੇ ਡਿਵੈਲਪਮੈਂਟ ਕੀ ਆ, ਕੁਆਲੀਟੇਟਿਵ। ਸਰੀਰਕ ਅੰਗ ਤਾਂ ਵੱਧ ਰਹੇ ਆ ਪਰ ਉਹਨਾਂ ਦੀ ਕੁਆਲਿਟੀ ਇੰਪਰੂਵ ਹੋ ਰਹੀ ਆ, ਤਾਂ ਉਹਨੂੰ ਅਸੀਂ ਕੀ ਆਖਾਂਗੇ, ਡਿਵੈਲਪਮੈਂਟ। ਫੋਰਥ ਕੁਐਸਚਨ ਆਪਣੇ ਕੋਲ, ਦਾ ਬੈਸਟ ਮੈਥਡ ਟੂ ਸਟੱਡੀ ਗਰੋਥ ਐਂਡ ਡਿਵੈਲਪਮੈਂਟ ਆਫ ਦਾ ਚਾਈਲਡ। ਇੱਕ ਬੱਚੇ ਦੀ ਜਿਹੜੀ ਹੈ ਗਰੋਥ ਤੇ ਡਿਵੈਲਪਮੈਂਟ ਨੂੰ ਜੱਜ ਕਰਨ ਦਾ ਸਭ ਤੋਂ ਵਧੀਆ ਤਰੀਕਾ ਕਿਹੜਾ ਹੁੰਦਾ, ਸਾਈਕੋਐਨਾਲਿਟਿਕ ਮੈਥਡ। ਸਾਈਕੋਐਨਾਲਿਟਿਕ ਮੈਥਡ ਫਰਾਇਡ ਦੇ ਨਾਲ ਸੰਬੰਧਿਤ ਆ। ਇਹ ਬੇਸਿਕਲੀ ਆਇਡੈਂਟੀਟੀ ਤੇ ਡਿਵੈਲਪਮੈਂਟ ਦੇ ਨਾਲ ਡੀਲ ਕਰਦਾ, ਪਰ ਇੰਨਾ ਮਤਲਬ ਆਪਾਂ ਕਿ ਬੱਚੇ ਦੀ ਪ੍ਰੋਪਰ ਜਿਹੜੀ ਗਰੋਥ ਤੇ ਡਿਵੈਲਪਮੈਂਟ ਦੇ ਲਈ ਅਸੀਂ ਇਸ ਮੈਥਡ ਨੂੰ ਇੰਪੋਰਟੈਂਸ ਨਹੀਂ ਦੇ ਸਕਦੇ। ਤਾਂ ਸਾਡੇ ਕੋਲ ਜਿਹੜਾ ਹੈ ਡਿਵੈਲਪਮੈਂਟਲ ਮੈਥਡ ਨਾਮ ਤੋਂ ਹੀ ਕਲੀਅਰ ਆ, ਬੈਸਟ ਮੈਥਡ ਮੰਨਿਆ ਜਾਂਦਾ ਜਿਹਦੇ ਰਾਹੀਂ ਬੱਚੇ ਦੀ ਗਰੋਥ ਤੇ ਡਿਵੈਲਪਮੈਂਟ ਨੂੰ ਜੱਜ ਕੀਤਾ ਜਾ ਸਕਦਾ। ਦੈਨ ਆਪਣੇ ਕੋਲ, ਦਾ ਯੂਜ਼ ਆਫ ਟੈਕਨੋਲੋਜੀ ਟੂ ਇਨਹੈਂਸ ਲਰਨਿੰਗ ਪ੍ਰੋਸੈਸ ਇਜ਼ ਕਾਲਡ। ਤਾਂ ਜਿਹੜੀ ਅਸੀਂ ਟੈਕਨੋਲੋਜੀ ਐਜੂਕੇਸ਼ਨ ਦੇ ਵਿੱਚ ਯੂਜ਼ ਕਰਦੇ ਆ ਉਹਨੂੰ ਕੀ ਆਖਿਆ ਜਾਂਦਾ ਹੈ, ICT, ਯਾਨੀ ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ। ਇਨਫੋਰਮੇਸ਼ਨ ਕੱਲੀ ਸੂਚਨਾਵਾਦੀ ਨਹੀਂ ਹੈਗੀ, ਕੱਲਾ ਸੂਚਨਾ ਦੇਣ ਨਾਲ ਸੰਬੰਧਿਤ ਨਹੀਂ ਗੀ, ਕੱਲੀ ਗੱਲਬਾਤ ਕਰਨ ਦੇ ਨਾਲ ਸੰਬੰਧਿਤ ਨਹੀਂ ਹੈ, ਦੋਨੋਂ ਚੀਜ਼ਾਂ ਨੇ। ਠੀਕ ਹੈ, ਸੂਚਨਾ ਵੀ ਪ੍ਰਦਾਨ ਕਰਦੀ ਆ ਤੇ ਗੱਲਬਾਤ ਦੇ ਨਾਲ ਵੀ ਸੰਬੰਧਿਤ, ਅਸੀਂ ਕਮਿਊਨੀਕੇਟ ਵੀ ਕਰਦੇ ਆ ਇਹਦੇ ਰਾਹੀਂ। ਤਾਂ ਇਹ ਕੀ ਹੁੰਦੀ ਹੈ ਸਾਡੇ ਕੋਲ, ICT। ਨੈਕਸਟ ਕੁਐਸਚਨ, ਵਿਚ ਫਰਸਟ ਵੈਕਸੀਨ ਗਿਵਨ ਟੂ ਪ੍ਰੈਗਨੈਂਟ ਵੂਮਨ। ਜਿਹੜੀਆਂ ਗਰਭਵਤੀ ਔਰਤਾਂ ਨੇ ਉਹਨਾਂ ਨੂੰ ਸਭ ਤੋਂ ਪਹਿਲੀ ਜਿਹੜੀ ਵੈਕਸੀਨ ਆ ਉਹ ਕਿਹੜੀ ਦਿੱਤੀ ਜਾਂਦੀ ਹੈ, ਤੇ ਇਹ ਵੀ ਤੁਹਾਨੂੰ ਕਲੀਅਰ ਹੋਊਗਾ, ਟੈਟਨਸ। ਠੀਕ ਹੈ ਜੀ। ਨਲੀ ਪੈਰਾ ਬਾਰੇ ਤੇ ਨਲੀ ਪੈਰਾ ਬਾਰੇ ਮੈਂ ਤੁਹਾਨੂੰ ਪੜਾਇਆ ਸੀਗਾ ਵੈਕਸੀਨੇਸ਼ਨ ਟੌਪਿਕਸ ਦੇ ਵਿੱਚ, ਹਨਾ, ਕਿ ਜਦੋਂ ਕੋਈ ਔਰਤ ਪਹਿਲੀ ਵਾਰ ਪ੍ਰੈਗਨੈਂਟ ਹੁੰਦੀ ਆ ਜਾਂ ਕੋਈ ਦੂਜੀ ਵਾਰ ਵੀ ਪ੍ਰੈਗਨੈਂਟ ਹੁੰਦੀ ਆ ਤਾਂ ਉਹਦੇ ਚ ਵੀ ਪਹਿਲਾ ਇੰਜੈਕਸ਼ਨ ਹੈਗਾ ਜਿਹੜਾ ਟੈਟਨਸ ਹੀ ਲੱਗੂਗਾ। ਠੀਕ ਹੈ। ਬਸ ਜਿਹੜੀ ਨਲੀ ਪੈਰਾ ਯਾਨੀ ਜੋ ਫਰਸਟ ਟਾਈਮ ਪ੍ਰੈਗਨੈਂਟ ਹੋ ਰਹੀ ਆ ਔਰਤ, ਉਹਨੂੰ ਕੀ ਲੱਗੂਗਾ, ਉਹਨੂੰ 2 ਟੈਟਨਸ ਦੀਆਂ ਵੈਕਸੀਨ ਲੱਗਦੀਆਂ ਨੇ। ਤੇ ਜਿਹੜੀ ਦੁਬਾਰਾ ਜੇ ਆਪਾਂ ਕਹੀਏ ਦੂਜੀ ਤੀਜੀ ਕਿੰਨੀ ਵਾਰ ਵੀ ਪ੍ਰੈਗਨੈਂਟ ਹੋ ਰਹੀ ਆ ਤਾਂ ਉਹਦੇ ਲਈ ਜਿਹੜੀਆਂ ਹੈਗੀਆਂ ਇੱਕ ਹੀ ਟੈਟਨਸ ਦਾ ਟੀਕਾ ਪ੍ਰੋਵਾਈਡ ਕੀਤਾ ਜਾਂਦਾ। ਠੀਕ ਹੈ ਜੀ। ਤਾਂ BCG ਹੈਗਾ ਜਿਹੜਾ, BCG ਕੀ ਆ, ਬਰਥ ਦੇ ਸਮੇਂ ਹੀ ਲਾਇਆ ਜਾਂਦਾ। ਡਿਪਥੀਰੀਆ ਹੈਗਾ ਜਿਹੜਾ 6ਵੇਂ 10ਵੇਂ ਤੇ 14ਵੇਂ ਹਫਤੇ ਦੇ ਵਿੱਚ ਲਾਇਆ ਜਾ ਸਕਦਾ। ਹੈਪੇਟਾਈਟਸ ਦੇ ਵੀ 2 ਸ਼ਡਿਊਲ ਨੇ, ਤੁਹਾਨੂੰ ਕਲਾਸਿਸ ਦੇ ਵਿੱਚ ਕਰਵਾਏ ਹੋਏ ਆ। ਠੀਕ ਹੈ ਜੀ। ਦੈਨ ਹੈਗਾ 7th, ਚਾਈਲਡ ਲਰਨ ਫਰੋਮ ਹਿਜ਼ ਓਨ ਮਿਸਟੇਕਸ। ਇੱਕ ਬੱਚਾ ਆਪਣੀਆਂ ਹੀ ਗਲਤੀਆਂ ਤੋਂ ਸਿੱਖਦਾ ਹੈ। ਕਿਹੜਾ ਸਿਧਾਂਤ ਹੋ ਸਕਦਾ, ਤੁਸੀਂ ਸਭ ਨੇ ਟ੍ਰਾਇਲ ਐਂਡ ਐਰਰ ਥਿਊਰੀ ਪੜ੍ਹੀ ਸੀ, ਹਨਾ, ਟ੍ਰਾਇਲ ਐਂਡ ਐਰਰ ਥਿਊਰੀ, ਸਟਿਮੂਲਸ ਐਂਡ ਰਿਸਪੌਂਸ ਥਿਊਰੀ, ਹਨਾ। ਤਾਂ ਉਹ ਕਿਹਦੇ ਤੇ ਬੇਸਡ ਸੀ, ਇਸੇ ਤੇ ਬੇਸਡ ਕਿ ਇੱਕ ਬੱਚਾ ਬਾਰ-ਬਾਰ ਗਲਤੀਆਂ ਕਰੂਗਾ, ਬਾਰ-ਬਾਰ ਗਲਤੀਆਂ ਉਹਨਾਂ ਨੂੰ ਛੱਡੀ ਜਾਊਗਾ। ਇਹੀ ਹੈ ਨਾ ਕਿ ਗਲਤੀਆਂ ਕਰਦਾ ਕਰਦਾ ਹੀ ਜਿਹੜਾ ਹੈਗਾ ਜੋ ਸਿੱਖਣਾ ਚਾਹੁੰਦਾ ਉਹਨੂੰ ਸਿੱਖ ਜਾਂਦਾ। ਤੇ ਕਿਹਦੇ ਨਾਲ ਸੰਬੰਧਿਤ ਆ, ਟ੍ਰਾਇਲ ਐਂਡ ਐਰਰ। ਠੀਕ ਹੈ ਜੀ। ਜਿਹੜੀ ਇੰਸਟਰੂਮੈਂਟ ਕੰਡੀਸ਼ਨਿੰਗ ਥਿਊਰੀ ਹੈ ਕਿਹਦੇ ਨਾਲ ਸੰਬੰਧਿਤ ਹੈਗੀ ਆ, ਸਕਿਨਰ ਦੇ ਨਾਲ, ਸਕਿਨਰ ਨੇ ਦਿੱਤੀ ਆ। ਇਨਸਾਈਟ ਥਿਊਰੀ ਕਿਹਨੇ ਦਿੱਤੀ ਹੈਗੀ ਆ, ਪੈਵਲਵ ਨੇ। ਠੀਕ ਹੈ। ਤੇ ਟ੍ਰਾਇਲ ਐਂਡ ਐਰਰ ਥਿਊਰੀ ਕਿਹਨੇ ਦਿੱਤੀ ਹੈਗੀ ਆ, ਥੋਰਨਡਾਈਕ ਨੇ। ਸੌਰੀ, ਜਿਹੜੀ ਇਨਸਾਈਟ ਥਿਊਰੀ ਹੈ, ਇਨਸਾਈਟ ਥਿਊਰੀ ਆਪਾਂ ਨੂੰ ਕਿਹਨੇ ਦਿੱਤੀ ਹੈਗੀ ਆ, ਕੋਲਰ ਨੇ।
ठीक है, कोलर ने चिंपैंजी के उपर एक्सपैरीमेंट सी, ते क्लासिकल कंडीशनिंग थ्योरी किने दित्ती आपां नूं, पैवलव ने। ठीक है जी। देन हैगा नैक्सट क्वेश्चन अपने कोल, what should be the role of teacher in meeting individual differences। एक क्लास individual differences ਦੇ ਨਾਲ ਭਰਪੂਰ ਹੁੰਦੀ ਹੈ ਨਾ, ਬੱਚੇ different ਏਰੀਆ ਤੋਂ ਵਰਗਾਂ ਨਾਲ ਸੰਬੰਧਿਤ ਆਉਂਦੇ ਆ, ਤਾਂ individual differences ਨੇ ਜਿਹੜੇ ਬੱਚੇ ਦੇ, ਉਹਨਾਂ ਨੂੰ ਧਿਆਨ ਦੇ ਵਿੱਚ ਟੀਚਰ ਕਿਵੇਂ ਰੱਖੂਗਾ। individual differences ਨੂੰ ਅਸੀਂ ਕੰਸੀਡਰ ਕਿਵੇਂ ਕਰ ਸਕਦੇ ਆ, ਦੋ ਤਰ੍ਹਾਂ ਦੇ individual differences ਹੋ ਸਕਦੇ ਆ, ਇੰਟਰ, ਠੀਕ ਹੈ, ਇੰਟਰ ਤੇ ਇੰਟਰਾ। ਇੰਟਰ ਮਤਲਬ ਕੀ ਹੁੰਦਾ, ਜਿਹੜੇ ਇੰਟਰਾ, ਇੰਟਰ ENTER, ਠੀਕ ਹੈ, ਤੇ INTRA, ਇੰਟਰਾ, ਇੰਟਰ ਤੇ ਇੰਟਰਾ। ਇੰਟਰ ਹੁੰਦੇ ਆ ਜਿਹਦੇ ਵਿੱਚ ਦੋ ਪਰਸਨ ਜਿਹੜੇ ਹੈਗੇ ਆ, ਦੋ ਪਰਸਨ ਦੇ ਵਿਚਕਾਰ, ਦੋ ਤੋਂ ਜ਼ਿਆਦਾ ਪਰਸਨ ਦੇ ਵਿਚਕਾਰ ਜਿਹੜਾ ਡਿਫਰੈਂਸ ਆ, ਇੰਟਰ ਇੰਡੀਵਿਜੂਅਲ ਡਿਫਰੈਂਸਿਸ ਆ। ਇੰਟਰਾ ਹੁੰਦਾ ਜਿਹੜਾ ਮੇਰੇ ਆਪ ਦੇ ਅੰਦਰ ਹੀ ਵੱਖ-ਵੱਖ ਗੁਣ ਹੋਣ, ਹਨਾ, ਮੈਂ ਆਪਦੇ ਵੀ ਮੇਰੇ ਸਾਰੇ ਗੁਣ ਇੱਕੋ ਜਿਹੇ ਨਹੀਂ ਹੈਗੇ। ਜੇ ਮੈਂ ਸਾਈਕੋਲੋਜੀ ਚ ਚੰਗੀ ਆ ਤਾਂ ਇਹਦਾ ਮਤਲਬ ਜ਼ਰੂਰੀ ਨਹੀਂ ਕਿ ਮੈਂ ਮੈਥ ਚੰਗੀ ਹੋਵਾਂ, ਮੇਰੀਆਂ ਸਾਰੀਆਂ ਕੁਆਲਿਟੀਜ਼ ਇਕੁਅਲ ਲੈਵਲ ਦੀਆਂ ਨਹੀਂ, ਉਹਨਾਂ ਦੇ ਵਿੱਚ ਵੀ ਡਿਫਰੈਂਸ ਆ, ਉਹ ਕੀ ਹੁੰਦਾ, ਇੰਟਰ ਆ। ਠੀਕ ਹੈ, ਪਰ ਇੱਥੇ ਗੱਲ ਚੱਲ ਰਹੀ ਹੈਗੀ ਇੱਕ ਤਰੀਕੇ ਦੇ ਇੰਟਰ ਇੰਡੀਵਿਜੂਅਲ ਡਿਫਰੈਂਸਿਸ ਦੀ, ਤਾਂ ਅਸੀਂ ਆਖ ਸਕਦੇ ਹਾਂ ਇੰਡੀਵਿਜੂਅਲ ਡਿਫਰੈਂਸਿਸ ਇੱਕ ਜਿਹੜੀ ਪੂਰੀ ਕਲਾਸ ਆ, ਵੱਖ-ਵੱਖ ਤਰ੍ਹਾਂ ਦੇ ਬੱਚੇ ਨੇ, ਉਹਦੇ ਚ ਵੱਖ-ਵੱਖ ਉਹਨਾਂ ਦੀਆਂ ਹਰ ਇੱਕ ਚੀਜ਼ ਆ, ਹਨਾ, ਗੁਣ ਵੱਖਰੇ ਨੇ, ਤਾਂ ਉਹਦੇ ਚ ਅਧਿਆਪਕ ਦਾ ਕੀ ਰੋਲ ਹੋਊਗਾ, ਟਰਾਈ ਟੂ ਨੋ ਦਾ ਅਬਿਲਿਟੀ, ਇੰਟਰਸਟ ਐਂਡ ਐਪਟੀਟਿਊਡ ਆਫ ਦ ਇੰਡੀਵਿਜੂਅਲ। ਬਿਲਕੁਲ ਸਹੀ ਹੈ, ਇੱਕ ਅਧਿਆਪਕ ਹੀ ਉਹਨਾਂ ਦੀ ਜੋ ਵੀ ਅਬਿਲਿਟੀਜ਼ ਨੇ, ਇੰਟਰਸਟ ਨੇ, ਐਪਟੀਟਿਊਡ ਨੇ, ਰਵੱਈਆ ਹੈਗਾ ਬੱਚੇ ਦਾ, ਉਹਨਾਂ ਨੂੰ ਸਮਝੂਗਾ। then try to adjust the curriculum as per needs of, ਬਿਲਕੁਲ ਸਹੀ ਹੈ ਨਾ, ਤਾਂ ਬੱਚੇ ਦੀ ਨੀਡ ਦੇ ਅਕੋਰਡਿੰਗ ਕਰਿਕੂਲਮ ਨੂੰ ਢਾਲਣ ਦੀ ਕੋਸ਼ਿਸ਼ ਕਰੂਗਾ, ਐਡਜਸਟ ਕਰਨ ਦੀ ਕੋਸ਼ਿਸ਼ ਕਰੂਗਾ, ਤਾਂ ਆਪਣੇ ਕੋਲ ਆਨਸਰ ਕੀ ਹੈ, ਸੀ। 9th क्वेश्चन अपने को, to teach teacher should present information to the student clearly and in interesting way। ठीक है, एक अध्यापक आ ਜਿਹੜਾ ਬੱਚੇ ਨੂੰ ਜੋ ਸੂਚਨਾ ਹੈਗੀ ਆ ਉਹ ਸਾਫ਼ ਸ਼ਬਦਾਂ ਦੇ ਵਿੱਚ ਤੇ ਦਿਲਚਸਪ ਤਰੀਕੇ ਦੇ ਨਾਲ ਪੇਸ਼ ਕਰੇ, ਐਂਡ ਰਿਲੇਟ ਦਿਸ ਨਿਊ ਇਨਫੋਰਮੇਸ਼ਨ ਟੂ ਦਾ ਥਿੰਗਸ, ਦੇ ਜਿਹੜੀ ਨਵੀਂ ਇਨਫੋਰਮੇਸ਼ਨ ਪ੍ਰੋਵਾਈਡ ਕਰਾ ਰਿਹਾ, ਹਨਾ, ਤਾਂ ਉਹ ਕਿਹਦੇ ਨਾਲ ਸੰਬੰਧਿਤ ਹੋਣੀ ਚਾਹੀਦੀ ਹੈ। ਆਪਾਂ ਪਹਿਲਾਂ ਹੀ ਕਿਹਾ already know, ਹਨਾ, ਇਹ ਬਹੁਤ ਬੇਸਿਕ ਚੀਜ਼ ਆ ਜਿਹੜੀ ਹਮੇਸ਼ਾ ਹੀ ਇੱਕ ਬੱਚਾ, ਖਾਸ ਕਰਕੇ ਛੋਟਾ ਬੱਚਾ, ਉਹਨਾਂ ਚੀਜ਼ਾਂ ਨੂੰ ਸਿੱਖ ਸਕਦਾ ਜਿਨ੍ਹਾਂ ਨੂੰ ਉਹ ਪਹਿਲਾਂ ਜਾਣਦਾ। ਜਿਹੜੀਆਂ ਚੀਜ਼ਾਂ ਨੂੰ ਅਸੀਂ ਦੇਖੋ ਜਦੋਂ ਬੱਚੇ ਨੂੰ ABCD ਵੀ ਸਿਖਾ ਰਹੇ ਹੁੰਦੇ ਆ, ਤਾਂ ਅਸੀਂ ਐਗਜ਼ਾਮਪਲ ਦੇ ਵਿੱਚ A ਫॉर ਐਪਲ, B ਫॉर ਬੈਟ, ਜਿਹੜੀਆਂ ਚੀਜ਼ਾਂ ਉਹਨੇ ਦੇਖੀਆਂ ਉਹਨਾਂ ਨੂੰ ਹੀ ਉਹਦੇ ਨਾਲ ਜੋੜਿਆ ਜਾਂਦਾ, ਹਨਾ, ਤਾਂ ਇਸ ਕਰਕੇ ਜਿਹੜਾ ਹੈ ਹਮੇਸ਼ਾ ਹੀ ਬੱਚੇ ਨੂੰ ਜੋ ਆ ਰਿਹਾ ਉਹਦੇ ਨਾਲ ਜੋੜ ਕੇ ਹੀ ਅਸੀਂ ਜਿਹੜੀ ਹੈ ਅਗਲੀ ਇਨਫੋਰਮੇਸ਼ਨ ਬੱਚੇ ਨੂੰ ਦਵਾਂਗੇ। ਨੈਕਸਟ ਹੈਗਾ ਪੌਕਸੋ ਐਕਟ। ਪੌਕਸੋ ਤੁਹਾਨੂੰ ਪਤਾ ਕਿ ਜਿਹੜਾ ਪ੍ਰੋਟੈਕਸ਼ਨ ਆਫ ਚਿਲਡਰਨ ਫॉर ਸੈਕਸ਼ੂਅਲ ਅਫੈਂਸ ਦੇ ਨਾਲ ਰਿਲੇਟਡ ਆ, ਹਨਾ, ਤੇ ਬੱਚੇ ਨੂੰ ਜਿਹੜਾ ਸੈਕਸ਼ੂਅਲ ਜੋ ਹਰਾਸਮੈਂਟ ਹੁੰਦੀ ਆ, ਪੈਨਟਰੇਟਿਵ ਜਾਂ ਕੰਟਰੈਕਟ ਜਾਂ ਨਾਨ ਕੰਟਰੈਕਚੁਅਲ, ਹਨਾ, ਸਭ ਕੁਝ ਤੁਸੀਂ ਕਰ ਚੁੱਕੇ ਹੋ ਮੇਰੇ ਨਾਲ ਕਲਾਸਿਸ ਦੇ ਵਿੱਚ। ਤਾਂ ਜਿਹੜੀਆਂ ਇਹ ਚੀਜ਼ਾਂ ਹੈਗੀਆਂ ਪੌਕਸੋ ਐਕਟ ਦੇ ਅੰਡਰ ਹੀ ਆਉਂਦੀਆਂ ਨਾ, ਬੱਚੇ ਦੀ ਸੈਕਸ਼ੂਅਲ ਹਰਾਸਮੈਂਟ ਨੂੰ ਰੋਕਣ ਦੇ ਲਈ ਐਕਟ ਬਣਾਇਆ ਗਿਆ, ਸਭ ਤੋਂ ਵੱਡਾ ਐਕਟ ਮੰਨਿਆ ਜਾਂਦਾ ਇਨ ਦਾ ਚਾਈਲਡ ਰਾਈਟਸ। ਠੀਕ ਹੈ, ਤਾਂ ਪੌਕਸੋ ਐਕਟ ਵੈਸੇ ਕਦੋਂ ਬਣਿਆ ਸੀਗਾ 2012 ਦੇ ਵਿੱਚ, ਪਰ ਇਹਦੇ ਵਿੱਚ ਸੋਧ ਕਦੋਂ ਹੋਈ ਆ 2019 ਦੇ ਵਿੱਚ। ਠੀਕ ਹੈ ਜੀ, ਤਾਂ ਸੋਧਿਆ ਹੋਇਆ ਰੂਪ ਇਹਦਾ ਕਦੋਂ ਆਇਆ 2019 ਦੇ ਵਿੱਚ। which of following statement is not true, ਇਹਦੇ ਵਿੱਚੋਂ ਕਹਿੰਦੇ ਕਿਹੜੀ ਜਿਹੜੀ ਸਟੇਟਮੈਂਟ ਆ ਉਹ ਟਰੂ ਨਹੀਂ ਹੈਗੀ। growth is measurable, ਬਿਲਕੁਲ ਸਹੀ ਆ ਨਾ, quantitative ਆ, ਮਾਪੀ ਜਾ ਸਕਦੀ ਹੈ। development is only quantitative, no it's a qualitative। ਠੀਕ ਹੈ, ਇੱਥੇ ਆਪਣੇ ਕੋਲ ਇਹ ਸਟੇਟਮੈਂਟ ਗਲਤ ਆ ਕਿ ਜਿਹੜੀ ਡਿਵੈਲਪਮੈਂਟ ਆ ਉਹ ਦੋਨੋਂ ਹੋ ਸਕਦੀ ਹੈ, ਕੁਆਂਟੀਟੇਟਿਵ ਵੀ ਕੁਆਲੀਟੇਟਿਵ ਵੀ, ਪਰ ਜ਼ਿਆਦਾਤਰ ਇਹ ਕੀ ਹੁੰਦੀ ਆ, ਕੁਆਲੀਟੇਟਿਵ ਹੁੰਦੀ ਆ। ਠੀਕ ਹੈ, ਸਿਰਫ ਕੁਆਂਟੀਟੇਟਿਵ ਅਸੀਂ ਇਹਨੂੰ ਕੰਸੀਡਰ ਨਹੀਂ ਕਰ ਸਕਦੇ। ਤਾਂ ਜਿਹੜੀ ਡਿਵੈਲਪਮੈਂਟ ਆਪਣੇ ਕੋਲ ਕੀ ਹੁੰਦੀ ਆ, ਕੁਆਲੀਟੇਟਿਵ, ਗੁਣਾਤਮਕ, ਗੁਣਾ ਦੇ ਨਾਲ ਸੰਬੰਧਿਤ ਆ। ਐਜੂਕੇਸ਼ਨ ਇਜ਼ ਗੋਲ ਓਰੀਐਂਟਡ, ਹੀ ਬਿਲਕੁਲ ਠੀਕ ਆ, ਹਮੇਸ਼ਾ ਹੀ ਗੋਲ ਓਰੀਐਂਟਡ ਹੋਊਗੀ ਸਿੱਖਿਆ, ਤੇ ਲਰਨਿੰਗ ਕੀ ਆ, ਬਿਹੇਵੀਅਰ ਦੇ ਵਿੱਚ ਚੇਂਜ ਆ। ਤਾਂ ਆਪਣੇ ਕੋਲ ਇੱਥੇ ਜੋ ਰੋਂਗ ਸਟੇਟਮੈਂਟ ਸੀ ਉਹ ਕਿਹੜੀ ਸੀ, ਬੀ। goiter disease is due to lack of, ਤਾਂ ਗਿੱਲੜ ਰੋਗ ਕਿਹਦੀ ਕਮੀ ਦੇ ਨਾਲ ਹੁੰਦਾ, ਤਾਂ ਗਿੱਲੜ ਰੋਗ ਸਾਨੂੰ ਕਿਹਦੀ ਕਮੀ ਦੇ ਨਾਲ ਹੁੰਦਾ ਜੀ, ਆਇਓਡੀਨ। ਠੀਕ ਹੈ, ਆਇਓਡੀਨ ਦੀ ਕਮੀ ਦੇ ਨਾਲ ਬੱਚਿਆਂ ਦੇ ਵਿੱਚ ਗਿੱਲੜ ਰੋਗ ਹੋ ਜਾਂਦਾ। ਨੈਕਸਟ ਕੁਐਸਚਨ ਆਪਣੇ ਕੋਲ, ਅਕੋਰਡਿੰਗ ਟੂ ਜੌਹਨ ਡੈਵੀ ਟੀਚਿੰਗ ਇਜ਼ ਆ, ਅਧਿਆਪਨ ਜੌਨ ਡੈਵੀ ਦੇ ਅਕੋਰਡਿੰਗ ਅਧਿਆਪਨ ਕੀ ਆ, ਬਾਇਪੋਲਰ, ਟ੍ਰਾਈਪੋਲਰ। ਠੀਕ ਹੈ, ਤਾਂ ਇਹ ਵੀ ਤੁਹਾਡਾ ਬੇਸਿਕ ਕੁਐਸਚਨ ਆ ਬਟ ਬਹੁਤ ਇੰਪੋਰਟੈਂਟ ਆ। ਤਾਂ ਇਹ ਕੀ ਹੁੰਦਾ, ਟ੍ਰਾਈਪੋਲਰ। ਠੀਕ ਹੈ, ਇਹਨੇ ਕੀ ਕਿਹਾ ਸੀ, ਤਿੰਨ ਧੁਰੇ ਹੁੰਦੇ ਨੇ, ਇੱਕ ਕੌਣ ਹੋਊਗਾ, ਅਧਿਆਪਕ, ਇੱਕ ਹੋਊਗਾ ਬੱਚਾ, ਚਿਲਡਰਨ, ਤੇ ਤੀਜਾ ਜਿਹੜਾ ਹੈਗਾ ਉਹ এনवायरमेंट ਹੋ ਸਕਦਾ, ਕਰਿਕੂਲਮ ਹੋ ਸਕਦਾ ਬੱਚੇ ਦਾ। ਠੀਕ ਹੈ, ਤਾਂ ਕੋਈ ਵੀ ਚੀਜ਼ ਜਿਹੜੀ ਤੀਜਾ ਹੈ ਉਹ ਕੰਟੈਂਟ ਹੋ ਸਕਦਾ ਬੱਚੇ ਦੇ ਲਈ,
ਤਾਂ ਜਿਹੜਾ ਅਸੀਂ ਇਹਦੇ ਤਿੰਨ ਪੋਲਰ ਆ ਦੱਸੇ ਆ, ਕਿਹਨੇ ਦੱਸੇ ਹੈਗੇ ਆ, ਜੌਨ ਡੇਵੀ ਨੇ। ਠੀਕ ਹੈ, ਜਿਹੜਾ ਐਡਮਜ਼ ਆ ਉਹਨੇ ਕੀ ਆ, ਦੋ ਦੱਸੇ ਨੇ ਬਾਇਪੋਲਰ ਦੇ, ਜਿਹੜੇ ਬਾਇਪੋਲਰ ਦੇ ਉਹਦੇ ਦੋ ਧਰੁਵ ਦੱਸੇ ਨੇ। ਦੋ ਧਰੁਵ ਕਿਹੜੇ ਹੁੰਦੇ ਨੇ, ਟੀਚਰ ਤੇ ਸਟੂਡੈਂਟ। ਠੀਕ ਹੈ ਜੀ। ਦੈਨ ਹੈਗਾ ਆਪਣੇ ਕੋਲ ਵਿਚ ਆਫ ਫੋਲੋਇੰਗ ਇਜ਼ ਨਾਟ ਕੰਜੈਨੀਟਲ ਚਾਈਲਡਹੁੱਡ ਡਿਫਾਰਮਿਟੀ, ਇਹਦੇ ਵਿੱਚੋਂ ਕਿਹੜੀ ਆ ਜਿਹੜੀ ਉਹ ਕੰਜੈਨੀਟਲ ਡਿਫਾਰਮਿਟੀ ਨਹੀਂ ਆ। ਬੋ ਲੈਗ, ਵਿਚ ਆਫ ਫੋਲੋਇੰਗ ਇਜ਼ ਨਾਟ, ਇਹਨਾਂ ਦੇ ਵਿੱਚੋਂ ਕਿਹੜੀ, ਅੱਛਾ ਦੋ ਸਟੇਟਮੈਂਟ ਥੋੜੀਆਂ ਅਲੱਗ ਹੋ ਰੱਖੀਆਂ ਹਨਾ। ਵਿਚ ਆਫ ਫੋਲੋਇੰਗ ਇਜ਼ ਨਾਟ ਅ ਕੰਜੈਨੀਟਲ ਚਾਈਲਡਹੁੱਡ ਡਿਫਾਰਮਿਟੀ, ਤਾਂ ਇਹਨਾਂ ਦੇ ਵਿੱਚੋਂ ਵੈਸੇ ਸਮਝ ਲਓ ਪੂਰੀ ਕੁਐਸਚਨ ਦੇ ਵਿੱਚੋਂ ਕਿ ਵਿਚ ਆਫ ਫੋਲੋਇੰਗ ਇਜ਼ ਨਾਟ ਕੰਜੈਨੀਟਲ, ਜੇ ਅਸੀਂ ਗੱਲ ਕਰਦੇ ਹਾਂ ਤਾਂ ਜਿਹੜੀ ਬੋ ਲੈਗ ਹੈਗੀ ਉਹ ਡਿਵੈਲਪਮੈਂਟਲ ਆ। ਠੀਕ ਹੈ, ਬੋ ਲੈਗ ਡਿਵੈਲਪਮੈਂਟਲ ਆ। ਜਿਹੜੀ ਸਾਡੇ ਕੋਲ ਫਲੈਟ ਫੁੱਟ ਆ ਉਹ ਵੀ ਸਾਡੇ ਕੋਲ ਕੀ ਹੈਗੀ ਹੈ, ਇੱਕ ਫਲੈਟ ਫੁੱਟ ਵੀ ਆਪਣੇ ਕੋਲ ਡਿਵੈਲਪਮੈਂਟਲ ਆ, ਮਤਲਬ ਬਾਅਦ ਦੇ ਵਿੱਚ ਬਿਮਾਰੀ ਆਉਂਦੀ ਆ ਹਨਾ। ਅਨੋਟੀਆ ਤੇ ਅਨੋਟੀਆ ਰਿਲੇਟਡ ਆ ਹਨਾ, ਤੇ ਜਿਹੜੀ ਸਪਾਈਨਾ ਬਾਈਫਿਡਾ ਹੈਗੀ ਆ ਇਹ ਵੀ ਕੰਜੈਨੀਟਲ ਹੈ। ਦੋਨੋਂ ਜਿਹੜੀਆਂ ਹੈਗੀਆਂ ਕੰਜੈਨੀਟਲ ਡਿਫਾਰਮਿਟੀਜ਼ ਨੇ। ਠੀਕ ਹੈ, ਤੇ ਤਾਂ ਥੋੜਾ ਗਲਤ ਹੋ ਗਿਆ, ਇੱਥੇ ਆਪਸ਼ਨ ਕੋਈ ਹੋਰ ਹੋਣੀ ਚਾਹੀਦੀ ਸੀ, ਤਾਂ ਇਹ ਥੋੜਾ ਠੀਕ ਹੈ ਕਲੀਅਰ ਕਰ ਲਿਓ ਕਿ ਦੋਨੋਂ ਸਟੇਟਮੈਂਟ ਗਲਤ ਨੇ, ਤਾਂ ਇੱਥੇ ਆਪਦਾ ਆਨਸਰ ਕੋਈ ਹੋਰ ਆਉਣਾ ਚਾਹੀਦਾ ਸੀ, ਜਾਂ ਆਪਾਂ ਇਹ ਕਹਿ ਸਕਦੇ ਸੀ ਕਿ ਇੱਥੇ ਹੀ ਕੋਈ ਇੱਕ ਹੋਰ ਤੀਜੀ ਆਪਸ਼ਨ ਹੋਣੀ ਚਾਹੀਦੀ ਸੀਗੀ ਹਨਾ। ਠੀਕ ਹੈ, ਤਾਂ ਜਿਹੜੀ ਅਨੋਟੀਆ ਹੈਗੀ ਆ ਤਾਂ ਠੀਕ ਹੈ, ਤੇ ਜਿਹੜੀ ਸਪਾਈਨਾ ਬਾਈਫਿਡਾ ਹੈਗੀ ਹੈ ਕਿਹਦੇ ਨਾਲ ਸੰਬੰਧਿਤ ਹੈਗੀ ਆ, ਸਾਡੀ ਬੈਕ ਦੇ ਨਾਲ, ਪਰ ਇਹ ਦੋਨੋਂ ਹੀ ਕੀ ਹੈਗੀਆਂ ਨੇ, ਕੰਜੈਨੀਟਲ। ਠੀਕ ਹੈ, ਬੋ ਲੈਗ ਆ ਜਿਹੜੀ ਤੇ ਫਲੈਟ ਫੁੱਟ, ਜਿਵੇਂ ਬੱਚੇ ਦਾ ਪੈਰ ਪੂਰਾ ਪੱਧਰਾ ਹੋ ਜਾਂਦਾ, ਤੇ ਬੋ ਲੈਗ ਦੇ ਵਿੱਚ ਕੀ ਆ, ਬੱਚੇ ਦੀ ਜਿਹੜੇ ਗੋਡਿਆਂ ਤੋਂ ਲੱਤਾਂ ਬਾਹਰ ਵੱਲ ਨੂੰ ਨਿਕਲ ਆਉਂਦੀਆਂ ਹਨਾ, ਤਾਂ ਇਹ ਦੋਨੋਂ ਬਿਮਾਰੀਆਂ ਜਿਹੜੀਆਂ ਹੈਗੀਆਂ ਡਿਵੈਲਪਮੈਂਟਲ ਆ। ਠੀਕ ਹੈ, ਤੇ ਤੁਹਾਨੂੰ ਕੁਐਸਚਨ ਨੂੰ ਦੇਖਣਾ ਪਊਗਾ ਪ੍ਰੋਪਰ। 15 question ਆਪਣੇ ਕੋਲ, when parents provide freedom to child but with limitation, this type of parenting is। ਠੀਕ ਹੈ, ਜਦੋਂ ਇੱਕ ਬੱਚਾ freedom when parents provide freedom to child but with limitation, ਜਦੋਂ ਮਾਪੇ ਹੈਗੇ ਆ ਬੱਚੇ ਨੂੰ ਸੁਤੰਤਰਤਾ ਪ੍ਰਦਾਨ ਕਰਦੇ ਆ ਪਰ ਨਾਲ ਹੀ ਕੁਝ ਲਿਮਿਟੇਸ਼ਨ ਵੀ ਹੁੰਦੀਆਂ, ਤਾਂ ਉਹਨੂੰ ਅਸੀਂ ਕੀ ਆਖਦੇ ਹੈਗੇ ਆ, ਅਥੋਰੀਟੇਟਿਵ। ਠੀਕ ਹੈ ਜੀ, ਤਾਂ ਆਪਣੇ ਕੋਲ ਕਿਹੜੀ ਹੁੰਦੀ ਆ, ਅਥੋਰੀਟੇਟਿਵ ਪੇਰੈਂਟਸ। ਠੀਕ ਹੈ, ਪਰਮਿਸਿਵ ਦੇ ਵਿੱਚ ਬੱਚਾ ਬਹੁਤ ਜ਼ਿਆਦਾ ਸੁਤੰਤਰ ਹੋਊਗਾ, ਅਥੋਰੀਟੇਰੀਅਨ ਬਸ ਮਾਪਿਆਂ ਦੇ ਆਧਾਰ ਹੋਊਗਾ, ਮਾਪੇ ਸਾਰੇ ਡਿਸੀਜਨ ਲੈਣਗੇ, ਤੇ ਅਥੋਰੀਟੇਟਿਵ ਦੇ ਵਿੱਚ ਕੀ ਆ, ਬੱਚਾ ਸੁਤੰਤਰ ਹੋਊਗਾ ਪਰ ਮਾਪੇ ਕੁਝ ਜਿਹੜੀਆਂ ਹੈ ਲਿਮਿਟੇਸ਼ਨ ਬੱਚੇ ਦੇ ਲਈ ਪ੍ਰੋਵਾਈਡ ਕਰਨਗੇ। 16 ਹੈ, ਇਨ ਵਿਚ ਪਲੇ would we see children playing with puzzle side by side without interacting। ਠੀਕ ਹੈ, ਕਿਹੜੀ ਖੇਡ ਆ ਜਿਹਦੇ ਵਿੱਚ ਬੱਚੇ ਖੇਡ ਰਹੇ ਆ, ਪਜ਼ਲਸ ਦੇ ਨਾਲ ਖੇਡ ਰਹੇ ਆ, ਇੱਕੋ ਜਗ੍ਹਾ ਦੇ ਉੱਪਰ ਖੇਡ ਰਹੇ ਆ ਹਨਾ। ਚਿਲਡਰਨ ਪਲੇ ਵਿਦ ਪਜ਼ਲ ਸਾਈਡ ਬਾਈ ਸਾਈਡ, ਇੱਕੋ ਜਗ੍ਹਾ ਦੇ ਉੱਪਰ ਆਪਾਂ ਮੰਨ ਸਕਦੇ ਇੱਕ ਕਮਰਾ, ਉੱਥੇ ਦੋ ਜਾਣੇ ਖੇਡ ਰਹੇ ਆ ਬਟ ਇੱਕ ਦੂਜੇ ਨਾਲ ਇੰਟਰੈਕਟ ਨਹੀਂ ਕਰ ਰਹੇ, ਤਾਂ ਉਹਨੂੰ ਅਸੀਂ ਕੀ ਆਖਾਂਗੇ, ਪੈਰਲਰ। ਠੀਕ ਹੈ, ਪੈਰਲਰ ਪਲੇ। ਕਲੀਅਰ, ਤਾਂ ਜਿਹੜੀ ਪੈਰਲਰ ਪਲੇ ਹੁੰਦੀ ਉਹਨੂੰ ਅਸੀਂ ਕੀ ਕੰਸੀਡਰ ਕਰਦੇ ਆ, ਜਗ੍ਹਾ ਵੀ ਸੇਮ ਹੋਵੇ, ਖਿਡੌਣੇ ਵੀ ਸੇਮ ਹੋਣ, ਖੇਡ ਵੀ ਸੇਮ ਹੋਵੇ, ਬਟ ਬੱਚੇ ਕੀ ਕਰਨ, ਇੱਕ ਦੂਜੇ ਦੇ ਨਾਲ ਇੰਟਰੈਕਟ ਨਾ ਕਰਨ, ਤਾਂ ਉਹਨੂੰ ਅਸੀਂ ਕੀ ਆਖਾਂਗੇ, ਪੈਰਲਰ ਪਲੇ। ਸੋਲੀਟਰੀ ਪਲੇ ਹੁੰਦੀ ਹੈ ਜਿੱਥੇ ਬੱਚਾ ਬਿਲਕੁਲ ਇਕੱਲਾ ਖੇਡ ਰਿਹਾ। ਐਸੋਸੀਏਟਿਵ ਪਲੇ ਦੇ ਵਿੱਚ ਬੱਚਾ ਸੋਸ਼ਲੀ ਇੱਕ ਦੂਜੇ ਨੂੰ ਪ੍ਰਭਾਵਿਤ ਕਰਦਾ, ਗੱਲਬਾਤ ਕਰਦਾ, ਇੱਕ ਦੂਜੇ ਤੋਂ ਚੀਜ਼ਾਂ ਲੈਂਦਾ। ਠੀਕ ਹੈ, 17 ਹੈਗਾ ਆਪਣੇ ਕੋਲ, what type of valuation identify learning deficiencies and difficulties of the learner। ਠੀਕ ਹੈ, ਇਹਦੇ ਵਿੱਚੋਂ ਕਿਹੜੀ ਵੈਲਿਊਏਸ਼ਨ ਆ ਜਿਹਦੇ ਰਾਹੀਂ ਅਸੀਂ ਬੱਚੇ ਦੀ ਜੋ ਲਰਨਿੰਗ ਦੀ ਜੋ ਅਯੋਗਤਾ ਹੈਗੀ ਆ, ਜੋ ਖਿਆਈ ਹੈਗੀ, ਉਹਦੀ ਪਛਾਣ ਕਰ ਸਕਦੇ ਆ, ਤਾਂ ਉਹਨੂੰ ਅਸੀਂ ਕੀ ਆਖਦੇ ਹੈਗੇ ਆ, ਡਾਇਗਨੋਸਟਿਕ। ਠੀਕ ਹੈ, ਡਾਇਗਨੋਸਟਿਕ। ਜਿਹੜੀ ਸਮੇਟਿਵ ਸੀਗੀ ਉਹ ਕਿਸੇ ਜਿਹੜੀ ਬਿਲਕੁਲ ਐਂਡ ਤੇ ਉੱਪਰ ਹੁੰਦੀ ਆ, ਕੰਟੀਨਿਊਸ ਆ ਜਿਹੜੀ ਲਗਾਤਾਰ ਹੁੰਦੀ ਹੈ। ਦੈਨ ਹੈਗਾ, ਐਜ਼ ਪੀਪਲ ਗਰੋ ਓਲਡ ਦਾ ਡੈਸ਼ ਆਫ ਲਰਨਿੰਗ ਡਿਕਲਾਈਨ। ਜਿਵੇਂ ਜਿਵੇਂ ਅਸੀਂ ਵੱਡੇ ਹੁੰਦੇ ਜਾਂਦੇ ਆ, ਸਾਡੀ ਜਿਹੜੀ ਸਪੀਡ ਆ ਲਰਨਿੰਗ ਦੀ ਉਹ ਕੀ ਹੁੰਦੀ ਆ, ਡਿਕਲਾਈਨ ਹੁੰਦੀ ਜਾਂਦੀ ਹੈ, ਘਟਦੀ ਜਾਂਦੀ ਹੈ। ਮੰਨਿਆ ਜਾਂਦਾ 18 ਸਾਲ ਤੱਕ ਆ ਜਿਹੜਾ ਬੱਚਾ ਬਹੁਤ ਹੀ ਜ਼ਿਆਦਾ ਤੇਜ਼ੀ ਦੇ ਨਾਲ ਸਿੱਖਦਾ, ਉਸ ਤੋਂ ਬਾਅਦ ਆ ਜਿਹੜਾ ਥੋੜੀ ਲਰਨਿੰਗ ਆ ਜਿਹੜੀ ਉਹ ਬੱਚੇ ਦੀ ਸਲੋ ਹੋ ਜਾਂਦੀ ਹੈ। ਠੀਕ ਹੈ, ਨੈਕਸਟ ਹੈਗਾ, ਐਨ ਆਈਡਲ ਕਲਾਸਰੂਮ ਕ੍ਰੀਏਟ ਇਨ ਚਿਲਡਰਨ। ਇੱਕ ਆਈਡਲ ਕਲਾਸਰੂਮ ਆ ਜਿਹੜਾ ਇੱਕ ਬੱਚੇ ਦੇ ਵਿੱਚ ਕੀ ਕ੍ਰੀਏਟ ਕਰ ਸਕਦਾ, ਇੱਕ ਚੰਗਾ ਕਲਾਸਰੂਮ ਬੱਚੇ ਦੇ ਵਿੱਚ ਕ੍ਰੀਏਟੀਵਿਟੀ ਪੈਦਾ ਕਰ ਸਕਦਾ ਨਾ, ਉਹਦੇ ਵਿੱਚ ਸਿਰਜਣਾ ਕਰਨ ਦਾ ਜਿਹੜਾ ਹੈਗਾ ਇੱਕ ਰਵੱਈਆ ਪੈਦਾ ਕਰ ਸਕਦਾ, ਉਤੇਜਨਾ ਪੈਦਾ ਕਰ ਸਕਦਾ ਇੱਕ ਬੱਚੇ ਦੇ ਵਿੱਚ, ਤੇ ਉਹਦੀਆਂ ਜਿਹੜੀਆਂ ਪੂਰੀਆਂ ਸੈਂਸਿਸ ਨੇ ਉਹਨਾਂ ਨੂੰ ਵੀ ਉਹ ਵਰਤਨ ਦੇ ਯੋਗ ਬਣਾ ਸਕਦਾ। ਮਤਲਬ ਐਕਟਿਵ ਰਹਿੰਦਾ ਇੱਕ ਬੱਚਾ ਕਿਹੜੀ ਕਲਾਸ ਦੇ ਵਿੱਚ, ਇੱਕ ਆਈਡਲ ਕਲਾਸਰੂਮ ਦੇ ਵਿੱਚ। ਠੀਕ ਹੈ, ਉਹ ਖਾਸ ਕਰਕੇ ਛੋਟੀ ਏਜ ਦੇ ਵਿੱਚ, ਜੇ ਅਸੀਂ ਮੰਨ ਕੇ ਚੱਲੀਏ ਬਹੁਤ ਛੋਟੀ ਏਜ ਆ ਬੱਚੇ ਦੀ, ਪ੍ਰੀ ਪ੍ਰਾਇਮਰੀ ਲੈਵਲ ਦੇ ਉੱਪਰ ਜੇ ਅਸੀਂ ਗੱਲ ਕਰਦੇ ਹਾਂ, ਤਾਂ ਉਸ ਸਟੇਜ ਦੇ ਵਿੱਚ ਬੱਚੇ ਦਾ ਜਿਹੜਾ ਕਲਾਸਰੂਮ ਆ ਬਹੁਤ ਹੀ ਇਫੈਕਟਿਵ ਹੋਣਾ ਚਾਹੀਦਾ।
ਖਾਸ ਕਰਕੇ ਇਸ ਤਰੀਕੇ ਦਾ ਹੋਵੇ ਜਿੱਥੇ ਬੱਚਾ ਵੱਧ ਤੋਂ ਵੱਧ ਆਪਦੀਆਂ ਸੈਂਸਿਸ ਨੂੰ ਯੂਜ਼ ਕਰ ਸਕਦਾ ਹੋਵੇ। ਠੀਕ ਹੈ ਜੀ। ਨੈਕਸਟ ਕੁਐਸਚਨ ਆਪਣੇ ਕੋਲ, which from of the following should be used to increase correct response and appropriate behavior? ਇੱਕ ਬੱਚੇ ਦੇ ਵਿੱਚ ਕਰੈਕਟ ਸਹੀ ਰਿਸਪੌਂਸ ਨੂੰ ਪੈਦਾ ਕਰਨ ਦੇ ਲਈ ਤੁਸੀਂ ਕਿਹੜੀ ਚੀਜ਼ ਨੂੰ ਯੂਜ਼ ਕਰੋਗੇ? ਇੱਕ ਚੰਗਾ ਬਿਹੇਵੀਅਰ ਪੈਦਾ ਕਰਨ ਲਈ ਕਿਹੜੀ ਚੀਜ਼ ਯੂਜ਼ ਕਰੋਗੇ? ਇਗਨੋਰੈਂਸ ਬਿਲਕੁਲ ਵੀ ਨਹੀਂ। ਠੀਕ ਹੈ, ਇਹਨਾਂ ਚੀਜ਼ਾਂ ਨੂੰ ਅਸੀਂ ਐਡ ਨਹੀਂ ਕਰਦੇ, ਸਟ੍ਰਿਕਨੈਸ ਨੂੰ ਵੀ ਐਡ ਨਹੀਂ ਕਰਾਂਗੇ। ਤਾਂ ਆਪਣੇ ਕੋਲ ਆਨਸਰ ਕੀ ਹੈਗਾ ਇੱਥੇ? ਪ੍ਰੇਜ਼। ਤਾਰੀਫ ਦੇ ਰਾਹੀਂ ਤੁਸੀਂ ਬੱਚੇ ਦੇ ਵਿੱਚ ਇੱਕ ਚੰਗੇ ਗੁਣ, ਚੰਗਾ ਬਿਹੇਵੀਅਰ ਕ੍ਰੀਏਟ ਕਰ ਸਕਦੇ ਹੋ ਰੀਇਨਫੋਰਸਮੈਂਟ ਦੇ ਰਾਹੀਂ। ਠੀਕ ਹੈ ਜੀ। which of different from the other three with respect to fine motor movement? ਠੀਕ ਹੈ, ਇਹਨਾਂ ਵਿੱਚੋਂ ਕਿਹੜਾ ਹੈਗਾ ਜਿਹੜਾ ਫਾਈਨ ਮੋਟਰ ਸਕਿੱਲ? ਫਾਈਨ ਮੋਟਰ ਸਕਿੱਲ ਕਿਹੜੀਆਂ ਹੁੰਦੀਆਂ? ਜਿਹੜੀਆਂ ਛੋਟੀਆਂ ਗਤੀਵਿਧੀਆਂ ਦੇ ਨਾਲ ਸਾਡੇ ਹੱਥਾਂ ਦੀਆਂ ਛੋਟੀਆਂ ਛੋਟੀਆਂ ਜੋ ਮਾਸਪੇਸ਼ੀਆਂ ਨੇ ਉਹਨਾਂ ਦੇ ਮੂਵਮੈਂਟ ਦੇ ਨਾਲ ਸੰਬੰਧਿਤ ਨੇ। ਡਾਟ ਜੁਆਇਨਿੰਗ, ਡਾਟ ਜੁਆਇਨਿੰਗ ਦੇ ਵਿੱਚ ਵੀ ਬੱਚਾ ਪੈਨਸਲ ਫੜੂਗਾ, ਪੈਨ ਫੜੂਗਾ ਤਾਂ ਉਹ ਡਾਟਸ ਨੂੰ ਜੋੜਨ ਦੀ ਕੋਸ਼ਿਸ਼ ਕਰੂਗਾ। ਹੈਂਡ ਰਾਈਟਿੰਗ, ਆਪਦੇ ਹੱਥਾਂ ਦੇ ਨਾਲ ਲਿਖਣ ਦੀ ਕੋਸ਼ਿਸ਼ ਕਰੂਗਾ। ਸੈਪਰੇਸ਼ਨ ਆਫ ਫੂਡ, ਹੱਥਾਂ ਦੇ ਨਾਲ ਫੜ ਕੇ ਆਪਦੇ ਜਿਹੜੇ ਫਲ ਤੇ ਸਬਜ਼ੀਆਂ ਜੇ ਇੱਕ ਟੋਕਰੀ ਦੇ ਵਿੱਚ ਰੱਖੀਆਂ ਤਾਂ ਉਹਨਾਂ ਨੂੰ ਪਛਾਣ ਕੇ ਸਬਜ਼ੀ ਅੱਡ ਫਲ ਅੱਡ ਕਰੂਗਾ। ਡਿਕਟੇਸ਼ਨ ਆ ਜਿਹੜੀ ਇਹਦੇ ਨਾਲ ਮੇਲ ਨਹੀਂ ਖਾਂਦੀ। ਠੀਕ ਹੈ ਜੀ, ਡਿਕਟੇਸ਼ਨ ਇਸ ਤੋਂ ਅਲੱਗ ਹੈ, ਇਸ ਕਰਕੇ ਡਾਟ ਜੁਆਇਨਿੰਗ, ਹੈਂਡ ਰਾਈਟਿੰਗ, ਸੈਪਰੇਸ਼ਨ ਆਫ ਫੂਡ, ਇਹ ਤਿੰਨੋਂ ਹੀ ਸਾਡੀਆਂ ਕੀ ਨੇ? ਫਾਈਨ ਮੋਟਰ ਸਕਿੱਲਸ। ਠੀਕ ਹੈ ਜੀ। ਗ੍ਰੋਸ ਮੋਟਰ ਸਕਿੱਲਸ ਹੁੰਦੀਆਂ, ਬਹੁਤ ਵਾਰ ਦੱਸ ਚੁੱਕੀ ਆ। ਗ੍ਰੋਸ ਮੋਟਰ ਸਕਿੱਲਸ ਦਾ ਸੰਬੰਧ ਵੱਡੀਆਂ ਮਾਸਪੇਸ਼ੀਆਂ ਦੇ ਨਾਲ ਹੁੰਦਾ, ਭੱਜਣਾ, ਪੌੜੀਆਂ ਚੜ੍ਹਨਾ, ਸਾਈਕਲਿੰਗ ਕਰਨਾ। ਤੇ ਜਿਹੜੀਆਂ ਫਾਈਨ ਮੋਟਰ ਸਕਿੱਲ ਆ ਉਹ ਸਾਡੀਆਂ ਛੋਟੀਆਂ ਮਾਸਪੇਸ਼ੀਆਂ ਦੇ ਨਾਲ ਡੀਲ ਕਰਦੀਆਂ। ਠੀਕ ਹੈ। ਦੈਨ ਆਪਣੇ ਕੋਲ if any do penetrative sexual assault on children below 16 year, punishment increased from 10 year to, ਜੇ 16 ਸਾਲ ਤੋਂ ਛੋਟੇ ਬੱਚੇ ਦੇ ਨਾਲ ਕੋਈ ਰੇਪ ਵਗੈਰਾ ਜਾਂ ਸੈਕਸ਼ੂਅਲ ਅਸੌਲਟ ਹੁੰਦਾ ਤਾਂ ਉਹਨੂੰ ਜਿਹੜਾ ਹੈਗਾ ਇਸ ਪੌਕਸੋ ਐਕਟ ਦੇ ਅਕੋਰਡਿੰਗ ਕਿੰਨੇ ਚਿਰ ਦੀ ਸਜ਼ਾ ਮਿਲ ਸਕਦੀ ਹੈ? ਇਨਕਰੀਜ਼ ਕੀਤੀ ਗਈ ਆ ਸਜ਼ਾ 2019 ਦੇ ਵਿੱਚ। 20 ਸਾਲ ਦੀ ਸਜ਼ਾ ਹੋ ਸਕਦੀ ਹੈ, ਉਮਰ ਕੈਦ ਹੋ ਸਕਦੀ ਹੈ ਤੇ ਮੌਤ ਦੀ ਸਜ਼ਾ ਵੀ ਹੋ ਸਕਦੀ ਹੈ। ਠੀਕ ਹੈ ਜੀ। ਤਾਂ ਸਾਡੇ ਕੋਲ ਆਨਸਰ ਹੈ ਇੱਥੇ all of above. According to Email, the noblest work in education is to make a child. According to Email, ਜਿਹੜਾ noble work ਆ in education, ਤਾਂ ਉਹਨੂੰ ਅਸੀਂ ਮਤਲਬ ਜਿਹੜੀ ਸਿੱਖਿਆ ਉਹਦਾ ਨੋਬਲ ਕੰਮ ਕੀ ਹੈਗਾ? ਤਾਂ ਉਹਦਾ ਨੋਬਲ ਕੰਮ ਕੀ ਹੈਗਾ ਜੀ? ਗੁੱਡ ਸਿਟੀਜ਼ਨ ਕ੍ਰੀਏਟ ਕਰਨਾ ਅਕੋਰਡਿੰਗ ਟੂ ਇਮਾਇਲ ਬੁੱਕ। ਇਮਾਇਲ ਬੁੱਕ ਕਿਹਦੀ ਬੁੱਕ ਹੈਗੀ ਆ? ਰੂਸੋ ਦੀ। ਠੀਕ ਹੈ, ਰੂਸੋ ਨੇ ਇਮਾਇਲ ਬੁੱਕ ਲਿਖੀ, ਇੱਕ ਇਮੈਜੀਨੇਟਿਵ ਬੱਚੇ ਦੇ ਬਾਰੇ ਚ, ਇੱਕ ਕਲਪਨਾਮਈ ਬੱਚੇ ਦੇ ਬਾਰੇ ਚ ਬੁੱਕ। ਠੀਕ ਹੈ ਜੀ। ਤਾਂ ਜਿਹੜੇ ਇਮਾਇਲ ਬੁੱਕ ਹੈਗੀ ਆ ਕਿਹਦੇ ਨਾਲ ਸੰਬੰਧਿਤ ਹੈਗੀ ਆ? ਇੱਕ ਕਲਪਨਾਮਈ ਬੱਚੇ ਦੇ ਨਾਲ। ਨੈਕਸਟ ਕੁਐਸਚਨ ਆਪਣੇ ਕੋਲ, ਵਿਚ ਕਲਰ ਆਫ ਡਸਟਬਿਨ ਫॉर ਨॉन ਬਾਇਓਡੀਗ੍ਰੇਡੇਬਲ? ਦੋ ਤਰ੍ਹਾਂ ਦਾ ਕੂੜਾ ਕਰਕਟ ਹੁੰਦਾ, ਇੱਕ ਬਾਇਓਡੀਗ੍ਰੇਡੇਬਲ, ਇੱਕ ਨॉन ਬਾਇਓਡੀਗ੍ਰੇਡੇਬਲ। ਬਾਇਓਡੀਗ੍ਰੇਡੇਬਲ ਕਿਹੜਾ ਹੁੰਦਾ? ਜਿਹੜਾ ਕਿ ਨਸ਼ਟ ਹੋ ਜਾਂਦਾ, ਜਿਵੇਂ ਪੱਤੇ ਹੋ ਗਏ, ਸਬਜ਼ੀਆਂ ਦੇ ਛਿੱਲੜ ਹੋ ਗਏ, ਹਨਾ, ਆਪਣੇ ਆਪ ਹੀ ਉਹ ਜਿਹੜਾ ਮੱਲੜ ਦੇ ਰੂਪ ਚ ਹੋ ਜਾਂਦੇ ਆ ਨਾ, ਕਿ ਆਪਣੇ ਆਪ ਨੂੰ ਡਿਸਟਰੋਏ ਹੋ ਜਾਂਦੇ ਆ। ਜਿਵੇਂ ਪੋਲੀਥੀਨ ਹੋ ਗਏ, ਬੋਟਲਸ ਹੋ ਗਈਆਂ, ਇਹ ਕਿਹੜੇ ਨੇ? ਨॉन ਬਾਇਓਡੀਗ੍ਰੇਡੇਬਲ, ਖਤਮ ਨਹੀਂ ਹੁੰਦੇ। ਠੀਕ ਹੈ। ਤੇ ਜਿਹੜੇ ਡਸਟਬਿਨ ਆ ਅਲੱਗ-ਅਲੱਗ ਤਰ੍ਹਾਂ ਦੇ, ਸਾਡੇ ਕੋਲ 3 ਤਰ੍ਹਾਂ ਦੇ ਡਸਟਬਿਨ ਅੱਜ ਕੱਲ੍ਹ ਨਾ ਇੱਕ ਸਫਾਈ ਮੁਹਿੰਮ ਦੇ ਅੰਡਰ ਪ੍ਰੋਵਾਈਡ ਕਰਾਏ ਜਾਂਦੇ ਆ। ਗ੍ਰੀਨ ਕਲਰ ਦੇ ਕਿਹਦੇ ਲਈ ਹੁੰਦੇ ਆ? ਬਾਇਓਡੀਗ੍ਰੇਡੇਬਲ ਦੇ ਲਈ। ਬਲੂ ਕਲਰ ਦੇ ਕਿਹਦੇ ਲਈ ਹੁੰਦੇ ਆ? ਨॉन ਬਾਇਓਡੀਗ੍ਰੇਡੇਬਲ। ਇੱਥੇ ਸਾਡੇ ਕੋਲ ਆਨਸਰ ਕੀ ਹੈਗਾ? ਨॉन ਬਾਇਓਡੀਗ੍ਰੇਡੇਬਲ। ਠੀਕ ਹੈ। ਤੇ ਬਲੈਕ ਕਲਰ ਆ ਜਿਹੜਾ ਉਹ ਕਿਹਦੇ ਲਈ ਯੂਜ਼ ਕੀਤਾ ਜਾਂਦਾ? ਜਿਵੇਂ ਸੈਨੀਟਰੀ ਨੈਪਕਿਨਸ ਹੋ ਗਏ, ਸੂਈਆਂ ਹੋ ਗਈਆਂ, ਸਰਿੰਜਾਂ ਹੋ ਗਈਆਂ, ਹਸਪਤਾਲ ਵਗੈਰਾ ਦੇ ਵਿੱਚ ਇਹਨਾਂ ਨੂੰ ਅਸੀਂ ਯੂਜ਼ ਕਰ ਲੈਣਾ। ਜਿਹੜੀਆਂ ਚੀਜ਼ਾਂ ਹਾਰਮ ਕਰਦੀਆਂ ਹਨਾ ਸਾਡੇ ਸਰੀਰ ਚ ਵੱਜ ਸਕਦੀਆਂ, ਕੱਚ ਵਗੈਰਾ, ਉਹਨੂੰ ਕਿਹਦੇ ਚ ਰੱਖਿਆ ਜਾਊਗਾ? ਬਲੈਕ ਦੇ ਵਿੱਚ। ਕਿਹੜਾ ਵਿਸ਼ਾ ਪ੍ਰੀ ਪ੍ਰਾਇਮਰੀ ਸਿਲੇਬਸ ਦਾ ਹਿੱਸਾ ਨਹੀਂ? ਇਹ ਚੋਂ ਕਿਹੜਾ ਵਿਸ਼ਾ ਹੈ ਜੋ ਪ੍ਰੀ ਪ੍ਰਾਇਮਰੀ ਸਿਲੇਬਸ ਦੇ ਵਿੱਚ ਸ਼ਾਮਲ ਨਹੀਂ ਆ? ਪ੍ਰੀ ਪ੍ਰਾਇਮਰੀ ਸਿਲੇਬਸ ਦੇ ਵਿੱਚ ਪਾਰਟਸ ਆਫ ਬੋਡੀ ਨੂੰ ਸ਼ਾਮਲ ਕਰਦੇ ਆ, ਅਸੀਂ ਪਲਾਂਟਸ ਨੂੰ ਸ਼ਾਮਲ ਕਰ ਸਕਦੇ ਆ, ਸਿੰਪਲ ਨੁਮੈਰਲ ਸ਼ਾਮਲ ਕਰ ਸਕਦੇ ਆ, ਬਟ ਪਰਸੈਂਟੇਜ ਨੂੰ ਸ਼ਾਮਲ ਨਹੀਂ ਕਰ ਸਕਦੇ। 26 ਆਪਣੇ ਕੋਲ, ਸਾਈਕੋਲੋਜੀ ਇਜ਼ ਦਾ, ਸਾਈਕੋਲੋਜੀ ਕਿਹਦਾ ਅਧਿਐਨ ਆ? ਸਾਇੰਸ ਆਫ ਸੋਲ। ਸਾਇੰਸ ਆਫ, ਪਹਿਲਾਂ ਇਹ ਸਾਇੰਸ ਸੀਗੀ ਸੋਲ ਦੀ ਸਭ ਤੋਂ ਪਹਿਲਾਂ, ਫਿਰ ਹੌਲੀ ਹੌਲੀ ਮਾਈਂਡ ਦੇ ਵਿੱਚ ਆ ਗਈ ਹੈ ਨਾ, ਮਾਈਂਡ ਮੰਨਣ ਲੱਗ ਗਏ ਕਿ ਮਨ ਦਾ ਅਧਿਐਨ ਆ। ਫਿਰ ਕੌਨਸ਼ੀਅਸਨੈਸ ਦੇ ਵਿੱਚ ਬਿਲੀਵ ਕਰਨ ਲੱਗ ਗਏ, ਜਿਵੇਂ ਵਿਲੀਅਮ ਵੁੰਡ ਹੋ ਗਿਆ ਜਾਂ ਥੈਚਲਰ ਹੋ ਗਿਆ, ਮੰਨਣ ਲੱਗ ਗਏ ਕਿ ਕੌਨਸ਼ੀਅਸਨੈਸ ਆ। ਪਰ ਬਾਅਦ ਦੇ ਵਿੱਚ ਬੈਟਸਨ ਨੇ ਆ ਕੇ ਜਿਹੜਾ ਦਾ ਪੂਰਾ ਜੋ ਸੀ ਚੇਂਜ ਕਰਤਾ, ਤੇ ਅੱਜ ਕੱਲ੍ਹ ਇਹਨੂੰ ਕੀ ਮੰਨਿਆ ਜਾਂਦਾ ਹੈਗਾ? ਕਿ ਸਾਈਕੋਲੋਜੀ ਇਜ਼ ਦਾ ਸਾਇੰਸ ਆਫ ਬਿਹੇਵੀਅਰ ਜਾਂ ਸਟੱਡੀ ਆਫ ਬਿਹੇਵੀਅਰ, ਵਿਵਹਾਰ ਦਾ ਅਧਿਐਨ ਕਰਨਾ ਹੀ ਸਾਈਕੋਲੋਜੀ ਆ। ਤੇ ਇਸ ਥਾਟ ਦੇ ਨਾਲ ਰਿਲੇਟ ਕੌਣ ਕਰਦੇ ਹੈਗੇ ਆ? ਮਨ। ਠੀਕ ਹੈ, ਜਾਂ ਆਪਾਂ ਇਹ ਕਹਿ ਦਈਏ ਵਿਲੀਅਮ ਵੁੰਡ ਜਾਂ ਮੈਕਡੂਗਲ। ਤਾਂ ਇਹ ਸਾਰੇ ਹੀ ਇਸ ਥਾਟ ਨੂੰ ਬਿਲੀਵ ਕਰਦੇ ਆ, ਬਿਹੇਵੀਅਰਿਜ਼ਮ ਦੇ ਨਾਲ ਸੰਬੰਧਿਤ ਆ, ਜਿਹੜੇ ਕਿ ਮੰਨਦੇ ਆ ਕਿ ਸਾਈਕੋਲੋਜੀ ਕਿਹਦਾ ਅਧਿਐਨ ਹੈਗਾ? ਸਾਡੀ
ਵਿਵਹਾਰ ਦਾ। ਨੈਕਸਟ ਕੁਐਸਚਨ ਆਪਣੇ ਕੋਲ NEP 2020 ਇਨਕਲੂਡ, ਤਾਂ ਜਿਹੜੀ NEP 2020 ਇਨਕਲੂਡ ECC ਫॉर ਏਜ, ਤਾਂ ECC यानी कि अर्ली चाइल्डहुड केयर एंड एजुकेशन ਦੀ ਏਜ ECC ਦੇ ਅੰਡਰ ਕਿੰਨੀ ਹੋਣੀ ਚਾਹੀਦੀ ਹੈ 2020 ਦੇ ਅੰਡਰ, ਤਾਂ ਅਸੀਂ ਕਿੰਨੀ ਰੱਖੀ ਹੋਈ ਆ 0 ਤੋਂ ਲੈ ਕੇ 8 ਸਾਲ। ਠੀਕ ਹੈ ਜੀ, ਮਤਲਬ ਬਰਥ ਤੋਂ ਲੈ ਕੇ 8 ਸਾਲ ਦਾ ਪੀਰੀਅਡ ਆ ਜਿਹੜਾ ਇਹਦੇ ਚ ਅਸੀਂ ਕੰਸੀਡਰ ਕਰ ਸਕਦੇ ਹਾਂ। ਹੂ ਇਜ਼ ਨੋਨ ਐਜ਼ ਦਾ ਮੰਟੈਂਸਰੀ ਮਾਂ, ਕਿਸ ਨੂੰ ਮੰਟੈਂਸਰੀ ਮਾਂ ਦੇ ਨਾਲ ਜਾਣਿਆ ਜਾਂਦਾ। ਵੈਸੇ ਜਿੰਨੇ ਵੀ ਇੱਥੇ ਨਾਮ ਹੈਗੇ ਉਹ ਸਾਰੇ ਹੀ ਮੰਟੈਂਸਰੀ ਮੈਡਮ ਨੂੰ ਫੋਲੋ ਕਰਦੇ ਸੀਗੇ, ਬਟ ਜਿਨ੍ਹਾਂ ਨੂੰ ਮੰਟੈਂਸਰੀ ਮਾਂ ਦੇ ਨਾਲ ਜਾਣਿਆ ਜਾਂਦਾ ਹੈ ਉਹ ਹੈ ਤਾਰਾਬਾਈ ਮੋਦਕ। ਤਾਰਾਬਾਈ ਮੋਦਕ ਤੇ ਗੀਜੂਬਾਈ ਵਧੇਕਾ ਦੋਨਾਂ ਦਾ ਐਜੂਕੇਸ਼ਨ, ਪ੍ਰੀ ਪ੍ਰਾਇਮਰੀ ਐਜੂਕੇਸ਼ਨ ਨੂੰ ਇੰਡੀਆ ਦੇ ਵਿੱਚ ਇੰਪਲੀਮੈਂਟ ਕਰਨ ਦੇ ਵਿੱਚ ਬੜਾ ਹੀ ਵੱਡਾ ਯੋਗਦਾਨ ਆ। ਠੀਕ ਹੈ ਜੀ। 29th ਵਿਚ ਆਫ ਫੋਲੋਇੰਗ ਨਾਟ ਰਿਲੇਟਡ ਟੂ ਕੋਗਨੈਟਿਵ ਡੋਮੇਨ ਆਫ ਬਲੂਮ, ਇਹਦੇ ਵਿੱਚੋਂ ਕਿਹੜਾ ਬਲੂਮ ਦੇ ਕੋਗਨੈਟਿਵ ਡੋਮੇਨ ਦੇ ਨਾਲ ਸੰਬੰਧਿਤ ਨਹੀਂ ਹੈਗਾ। ਕੋਆਰਡੀਨੇਸ਼ਨ, ਨੌਲੇਜ, ਇਵੈਲੂਏਸ਼ਨ, ਕੰਪਰੀਹੈਂਸ਼ਨ, ਇਹਦੇ ਚ ਆਪਣੇ ਕੋਲ ਕੀ ਹੈਗਾ ਕੋਆਰਡੀਨੇਸ਼ਨ। ਕੋਆਰਡੀਨੇਸ਼ਨ ਬਲੂਮ ਨੇ ਜਿਹੜਾ ਹੈਗਾ ਹੈਡ, ਹਰਟ ਤੇ ਮਾਈਂਡ ਦੀ ਗੱਲ ਕੀਤੀ ਹੈ, 3H ਦੀ ਗੱਲ ਕੀਤੀ ਹੈ, ਯਾਨੀ ਕੋਗਨੈਟਿਵ ਦੀ, ਅਫੈਕਟਿਵ ਦੀ ਤੇ ਸਾਈਕੋਮੋਟਰ ਦੀ। ਕੋਗਨੈਟਿਵ ਕਿਹਦੇ ਨਾਲ ਸੰਬੰਧਿਤ ਆ ਬੁੱਧੀ ਦੇ ਨਾਲ ਸੰਬੰਧਿਤ ਆ, ਤੇ ਬੁੱਧੀ ਵਾਲੇ ਜਿਹੜਾ ਹੈ ਇਹਨੇ ਜੋ ਬੁੱਧੀ ਦੇ ਵਿੱਚ ਡੋਮੇਨਸ ਦਿੱਤੇ ਨੇ ਉਹਨਾਂ ਦੇ ਵਿੱਚ ਜੋ ਸਟੇजेस ਲੈਵਲ ਦਿੱਤੇ ਨੇ ਉਹਦੇ ਵਿੱਚ ਨੌਲੇਜ ਸ਼ਾਮਲ ਆ, ਵੈਲਿਊਏਸ਼ਨ ਸ਼ਾਮਲ ਆ, ਕੰਪਰੀਹੈਂਸ਼ਨ ਸ਼ਾਮਲ ਆ। ਜਿਹੜੀ ਕੋਆਰਡੀਨੇਸ਼ਨ ਹੈਗੀ ਆ ਇਹ ਅਫੈਕਟਿਵ ਡੋਮੇਨ ਦੇ ਵਿੱਚ ਸ਼ਾਮਲ ਆ, ਇਹ ਕੋਗਨੈਟਿਵ ਡੋਮੇਨ ਦਾ ਹਿੱਸਾ ਨਹੀਂ ਆ। ਠੀਕ ਹੈ ਜੀ। then next ਆਪਣੇ ਕੋਲ a condition in which a child while regarding may omit ਹੁੰਦਾ ਜਿਵੇਂ ਛੱਡ ਦੇਣਾ ਕਿਸੇ ਚੀਜ਼ ਨੂੰ, substitute ਹੁੰਦਾ ਬਦਲ ਦੇਣਾ, reverse ਦਾ letter and word। ਠੀਕ ਹੈ, ਜਿੱਥੇ ਬੱਚਾ ਪੜ੍ਹਦੇ ਸਮੇਂ ਅੱਖਰ ਹੀ ਸਕਿਪ ਕਰਨ ਲੱਗ ਜੇ, ਠੀਕ ਹੈ, ਵਿੱਚੋਂ ਛੱਡਣ ਲੱਗ ਜੇ, ਤਾਂ ਉਹਨੂੰ ਅਸੀਂ ਕੀ ਆਖਦੇ ਹਾਂ, ਪੜ੍ਹਨ ਦੇ ਨਾਲ ਸੰਬੰਧਿਤ ਸਾਡੀ ਜਿਹੜੀ ਲਰਨਿੰਗ ਡਿਸੇਬਿਲਿਟੀ ਤੇ ਉਹਨੂੰ ਕੀ ਆਖਿਆ ਜਾਂਦਾ ਸੀਗਾ, ਡਿਸਲੈਕਸੀਆ। ਬਸ ਇਥੋਂ ਕਿਸੇ ਵਰਡ ਚ ਨਹੀਂ ਉਲਝਣਾ, ਸਿਰਫ ਇੰਨਾ ਧਿਆਨ ਚ ਰੱਖਣਾ ਜਿੱਥੇ ਵਰਡ ਤੁਹਾਡੇ ਕੋਲ ਆ ਜੇ ਰੀਡਿੰਗ, ਉੱਥੇ ਤੁਹਾਡਾ ਆਨਸਰ ਕੀ ਹੋਊਗਾ ਡਿਸਲੈਕਸੀਆ। ਜਿੱਥੇ ਤੁਹਾਡੇ ਕੋਲ ਇੱਥੇ ਵਰਡ ਹੋਵੇ ਰਾਈਟਿੰਗ, ਇੱਥੇ ਵਰਡ ਰਾਈਟਿੰਗ ਵੀ ਹੋ ਸਕਦਾ। ਜੇ ਕਹਿੰਦੇ ਚਾਈਲਡ ਵਾਈਲ ਰਾਈਟਿੰਗ ਮੇ omit substitute and reverse ਦਾ ਲੈਟਰ ਐਂਡ ਵਰਡ, ਤਾਂ ਸਾਡੇ ਕੋਲ ਫਿਰ ਇੱਥੇ ਆਨਸਰ ਕੀ ਹੋਣਾ ਸੀ ਡਿਸਗ੍ਰਾਫੀਆ। ਡਿਸਕੈਲਕੁਲੀਆ ਕੀ ਹੁੰਦਾ, ਮੈਥ ਨਹੀਂ ਬੱਚੇ ਨੂੰ ਆਊਗਾ, ਹਨਾ, ਬੇਸਿਕ ਮੈਥ ਨਹੀਂ ਆਊਗਾ। ਤੇ ADHD ਕੀ ਹੁੰਦੀ ਆ, ਅਟੈਂਸ਼ਨ ਡੈਫੀਸ਼ੀਟ ਹਾਈਪਰ ਐਕਟੀਵਿਟੀ ਡਿਸਆਰਡਰ, ਜਿਹਦੇ ਚ ਕੀ ਆ ਬੱਚਾ ਬੇਸਿਕ ਜੋ ਹੈ ਅਟੈਂਸ਼ਨ ਆਪਦੀ ਕਿਸੇ ਚੀਜ਼ ਦੇ ਉੱਪਰ ਨਹੀਂ ਦੇ ਸਕਦਾ। ਠੀਕ ਹੈ ਜੀ। ਤਾਂ ਇਹ ਸੀਗੇ ਸਾਡੇ ਅੱਜ ਦੇ MCQ। ਨੈਕਸਟ ਜਿਹੜੇ ਹੈਗੇ ਆ ਨੈਕਸਟ ਸੀਰੀਜ਼ ਲੈ ਕੇ ਮਿਲਾਂਗੇ। ਥੈਂਕ ਯੂ ਸੋ ਮਚ।